Hello students, today we are discussing esters, the last topic of your chapter. So ester ester ਚ क्या ਹੁੰਦਾ ਕਿ ਜਦੋਂ ਆਪਾਂ it is also a carbox derivative of carboxylic acid ਆਪਾਂ ਕਰਦੇ COH ਗਰੁੱਪ ਦੇ ਵਿੱਚੋਂ, ਠੀਕ ਹੈ, ਜਿਹੜਾ ਹਾਈਡਰੋਜਨ ਹੈ ਉਹਨੂੰ ਕਿਸੇ ਨਾਲ ਰਿਪਲੇਸ ਕਰ ਦਿੰਦੇ ਆ R ਦੇ ਨਾਲ, ਠੀਕ ਹੈ ਜੀ। ਜਿਹੜਾ ਉਹਦਾ ਹਾਈਡਰੋਜਨ ਕਿਸੇ ਨਾਲ ਰਿਪਲੇਸ ਹੋ ਜਾਂਦਾ R ਦੇ ਨਾਲ, ਤੁਸੀਂ ਕਹਿ ਸਕਦੇ ਜਿਹੜਾ OH ਗਰੁੱਪ ਆ ਕਿਸੇ ਗਰੁੱਪ ਨਾਲ ਰਿਪਲੇਸ ਹੋ ਜਾਂਦਾ ਉਹ R ਗਰੁੱਪ ਦੇ ਨਾਲ। ਸੋ ਨੋਮਨਕਲੇਚਰ ਦੇਖ ਲਓ, ਉਹ ਕਹਿੰਦੇ ਕਿ ਜਿਵੇਂ ਐਸਟਰ ਹੈ, ਦ ਨੇਮ ਆਫ ਦ ਐਸਟਰ obtained by writing the name of the alkyl or aryl group before the common or the IUPAC name of the parent acid, changing the suffix IC acid to the 8, ਠੀਕ ਹੈ। ਸੋ ਆਪਾਂ ਨੇ ਕਿਆ ਕਰਨਾ ਕਿ ਜਿਹੜਾ ਪਹਿਲਾਂ ਆਪਣੇ ਕੋਲ ਜਦੋਂ ਤੁਸੀਂ ਉਹਦਾ ਨਾਮ ਲਿਖਣਾ, ਸਭ ਤੋਂ ਪਹਿਲਾਂ क्या करना, सब तो पहला तुसी देखना है कि थोड़े किन्ने नंबर ਜਿਹੜਾ ग्रुप ਕਿਹੜਾ ਲੱਗਿਆ, R ग्रुप ਕਿਹੜਾ ਲੱਗਿਆ ਹੋਇਆ, ਜਿਹੜਾ ਇਹ R ग्रुप ਹੈ। ਸੋ ਇਹ ਦੇਖਣਾ ਹੈ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਸਭ ਤੋਂ ਪਹਿਲਾਂ ਲਿਖਣਾ, ਦੈਨ ਉਸ ਤੋਂ ਬਾਅਦ ਕਿਹੜਾ ਐਸਿਡ ਬਣਦਾ ਹੈ, ਕਿਹੜੇ ਐਸਿਡ ਤੋਂ ਡਰਾਈਵ ਹੋਇਆ, ਕਿਉਂਕਿ ਜਿਵੇਂ ਫਾਰਮਿਕ ਐਸਿਡ ਤੋਂ, ਤਾਂ ਜਿਹੜਾ ਫਾਰਮਿਕ ਐਸਿਡ ਆ ਉਹਦਾ IC ਕੱਟ ਕੇ ਕਿਆ ਲਾਣਾ, 8 ਲਗਾ ਦੇਣਾ, ਤਾਂ ਮਿਥਾਈਲ ਫਾਰਮੇਟ, ਇਥਾਈਲ ਐਸੀਟੇਟ ਐਂਡ ਪ੍ਰੋਪਾਈਲ ਬੈਂਜ਼ੋਨੇਟ। ਪ੍ਰੈਪਰੇਸ਼ਨ ਦੇਖ ਲਓ। ਸਭ ਤੋਂ ਪਹਿਲਾਂ ਰਿਐਕਸ਼ਨ ਬਿਟਵੀਨ ਕਾਰਬੋਕਸਿਲਿਕ ਐਸਿਡ ਐਂਡ ਅਲਕੋਹਲ। ਜਦੋਂ ਤੁਸੀਂ ਕਾਰਬੋਕਸਿਲਿਕ ਐਸਿਡ ਤੇ ਅਲਕੋਹਲ ਨੂੰ ਰਿਐਕਟ ਕਰਦੇ ਹੋ ਤਾਂ ਆਪਣੇ ਕੋਲ ਕਿਆ ਬਣਦਾ, ਬੈਂਜ਼ਾਈਲ ਐਸੀਟੇਟ ਔਰ ਵਾਟਰ ਮੋਲੀਕੂਲ ਕਿਆ ਹੁੰਦਾ, ਰਿਮੂਵ ਹੋ ਜਾਂਦਾ। ਐਸਟਰ ਜਨਰਲੀ ਪ੍ਰੀਪੇਅਰ ਬਾਈ ਦ ਡਾਇਰੈਕਟ ਸਟੈਰੀਫਿਕੇਸ਼ਨ, ਜਿਹੜੀ ਪ੍ਰੋਸੈਸ ਤੋਂ ਐਸਟਰ ਬਣਦਾ ਉਹਨੂੰ ਸਟੈਰੀਫਿਕੇਸ਼ਨ ਕਹਿੰਦੇ ਆ, ਆਫ ਦ ਕਾਰਬੋਕਸਿਲਿਕ ਐਸਿਡ ਵਿਦ ਦ ਅਲਕੋਹਲ ਇਨ ਦ ਪ੍ਰੈਜ਼ੈਂਸ ਆਫ ਸਟਰੋਂਗ ਮਿਨਰਲ ਐਸਿਡ। ਕੋਈ ਸਟਰੋਂਗ ਐਸਿਡ ਦੀ ਲਾਈਕ H2SO4 ਹੋ ਗਿਆ, ਠੀਕ ਹੈ, ਠੀਕ ਹੈ, HNO3 ਹੋ ਗਿਆ, ਜਾਂ ਲੂਇਸ ਐਸਿਡਸ ਹੋ ਗਏ ਜਿਵੇਂ BF3 ਹੋ ਗਏ, ਜਿਹੜੇ ਕਿ ਪ੍ਰੋਟੋਨ ਕਿਆ ਹੁੰਦੇ, ਡੈਫੀਸ਼ੀਐਂਟ ਕੰਪਾਊਂਡ ਹੁੰਦੇ ਆ। ਦ ਰਿਐਕਸ਼ਨ ਇਜ਼ ਰਿਵਰਸੀਬਲ ਇਨ ਨੇਚਰ ਐਂਡ ਇਟ ਇਜ਼ ਨੋਨ ਐਜ਼ ਸਟੈਰੀਫਿਕੇਸ਼ਨ। ਤੇ ਇਸ ਪ੍ਰੋਸੈਸ ਨੂੰ ਕਿਹਾ ਜਾਂਦਾ, ਸਟੈਰੀਫਿਕੇਸ਼ਨ। ਖਤਮ। ਜਦੋਂ ਐਸੀਟਿਕ ਐਸਿਡ ਤੇ ਬੈਂਜ਼ਾਈਲ ਕੋਲ ਆਪਸ ਰਿਐਕਟ ਕਰਦੇ ਇਨ ਦ ਪ੍ਰੈਜ਼ੈਂਸ ਆਫ ਸਟਰੋਂਗ ਐਸਿਡ, ਆਪਣੇ ਕੋਲ ਕਿਆ ਬਣਦਾ, ਐਸਟਰ, ਔਰ ਆਪਣੇ ਕੋਲ ਵਾਟਰ ਮੋਲੀਕੂਲ ਰਿਮੂਵ ਹੋ ਜਾਂਦਾ। ਉਸ ਤੋਂ ਬਾਅਦ ਦੇਖੋ ਰਿਐਕਸ਼ਨ ਬਿਟਵੀਨ ਐਸਿਡ ਕਲੋਰਾਈਡ ਔਰ ਐਨ ਅਨਹਾਈਡਰਾਈਡ ਐਨ ਅਲਕੋਹਲ। ਦੋਨਾਂ 'ਚ ਕੋਈ, ਉਹ ਕਹਿੰਦੇ ਜਾਂ ਤੁਸੀਂ ਐਸਿਡ ਕਲੋਰਾਈਡ ਲੈ ਲਓ ਜਾਂ ਐਨਹਾਈਡਰਾਈਡ ਲੈ ਲਓ, ਠੀਕ ਹੈ। ਦੋਨੋਂ ਜਿਹੜੀ ਮੈਂ ਚੀਜ਼ ਲੈ ਲਓ, ਜਦੋਂ ਤੁਸੀਂ ਉਹਨੂੰ ਅਲਕੋਹਲ ਦੇ ਨਾਲ ਰਿਐਕਟ ਕਰੋਗੇ ਤੁਹਾਡੇ ਕੋਲ ਕਿਸ ਚੀਜ਼ ਦੀ ਫਾਰਮੇਸ਼ਨ ਹੋਏਗੀ, ਐਸਟਰ ਦੀ। ਫੋਰ ਐਗਜ਼ਾਮਪਲ ਜਦੋਂ ਆਪਾਂ ਬੈਂਜ਼ਾਈਲ ਐਸਿਡ ਕਲੋਰਾਈਡ ਲੈ ਲਿਆ, ਉਹਦੀ ਆਪਾਂ ਨੇ ਕਿਹੜੀ ਟਾਈਪ ਦਿੱਤੀ, ਬੈਂਜ਼ਾਈਲ ਕਲੋਰਾਈਡ। ਜਦੋਂ ਉਹਨੂੰ ਇਥੇਨੋਲ ਦੇ ਨਾਲ ਰਿਐਕਟ ਕੀਤਾ ਆਪਣੇ ਕੋਲ ਬਣ ਗਿਆ ਇਥਾਈਲ ਬੈਂਜ਼ੋਨੇਟ ਤੇ HCl ਰਿਮੂਵ ਹੋ ਗਿਆ। ਔਨ ਦ ਅਦਰ ਹੈਂਡ ਜਦੋਂ ਆਪਾਂ ਐਸਟਿਕ ਐਨਹਾਈਡਰਾਈਡ ਤਾਂ ਉਹਨੂੰ ਇਥੇਨੋਲ ਦੇ ਨਾਲ ਰਿਐਕਟ ਕੀਤਾ ਇਥਾਈਲ ਐਸੀਟੇਟ ਤੇ ਆਪਣੇ ਕੋਲ ਕਿਆ ਰਿਮੂਵ ਹੋਇਆ, ਐਸਟਿਕ ਐਸਿਡ। ਹਾਂ, ਦੋਨਾਂ 'ਚ ਬਣਦੇ ਐਸਟਰ, ਸਟੈਰੀਫਿਕੇਸ਼ਨ ਦੋਨਾਂ 'ਚ ਹੁੰਦੀ ਹੈ, ਬਟ ਡਿਫਰੈਂਸ ਕਿਆ ਹੈ ਕਿ ਇਹਦੇ ਵਿੱਚ ਰਿਵਰਸੀਬਲ ਰਿਐਕਸ਼ਨ ਹੁੰਦੀ। ਦੈਟ ਮੀਨਸ ਜਿਹੜਾ ਤੁਸੀਂ ਰਿਐਕਟਰ ਨੂੰ ਪ੍ਰੋਡਕਟ ਚੇਂਜ ਕਰੋਗੇ ਵਾਪਸ ਤੋਂ ਰਿਐਕਟੈਂਟ ਚੇਂਜ ਹੋ ਜਾਂਦਾ, ਠੀਕ ਹੈ, ਵਿਦਿਨ ਟਾਈਮ। ਬਟ ਜਦੋਂ ਆਪਾਂ ਰਿਐਕਸ਼ਨ ਕਰਦੇ ਹਾਂ ਬਿਟਵੀਨ ਐਸਿਡ ਕਲੋਰਾਈਡ ਔਰ ਅਨਹਾਈਡਰਾਈਡ ਦੀ ਅਲਕੋਹਲ ਦੇ ਨਾਲ, ਤਾਂ ਆਪਣੇ ਕੋਲ ਕਿਆ ਹੈ, ਕੋਈ ਆਪਣੇ ਕੋਲ ਇਕੁਇਲਿਬਰੀਅਮ ਐਗਜ਼ਿਸਟ ਨਹੀਂ ਕਰਦਾ, ਜਿਸ ਕਰਕੇ ਜਿਹੜਾ ਆਪਣੇ ਕੋਲ ਐਸਟਰ ਦਾ ਪ੍ਰੋਡਕਟ ਆਉਂਦਾ, ਜੀਲਡ ਆਉਂਦਾ, ਉਹ ਬਹੁਤ ਕਿਆ ਹੁੰਦਾ, ਬਹੁਤ ਜ਼ਿਆਦਾ ਹੁੰਦਾ, ਲਾਰਜ ਅਮਾਊਂਟ ਕੁਆਂਟਿਟੀ 'ਚ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਟ੍ਰਾਂਸਸਟੈਰੀਫਿਕੇਸ਼ਨ ਦੀ। ਦ ਰਿਐਕਸ਼ਨ ਕੰਸਿਸਟ ਆਫ ਦ ਅਲਕੋਲਿਸਿਸ ਆਫ ਐਨ ਐਸਟਰ ਇਨ ਦ ਪ੍ਰੈਜ਼ੈਂਸ ਆਫ ਐਨ ਐਸਿਡ ਔਰ ਦ ਬੇਸ ਵੈਨ ਦ ਅਲਕੋਕਸੀ ਪਾਰਟ ਆਫ ਦ ਰਿਐਕਟਿੰਗ ਅਲਕੋਹਲ ਡਿਸਪਲੇਸਡ ਬਾਈ ਦ ਅਲਕੋਕਸੀ ਪਾਰਟ ਆਫ ਦ ਐਸਟਰ। ਟ੍ਰਾਂਸਸਟੈਰੀਫਿਕੇਸ਼ਨ ਰਿਐਕਸ਼ਨ ਤੁਸੀਂ ਕਰਨਾ, ਤੁਸੀਂ ਕੋਈ ਵੀ ਐਸਟਰ ਲੈਣਾ, ਉਹਨੂੰ ਅਲਕੋਹਲ ਦੇ ਨਾਲ ਰਿਐਕਟ ਕਰਨਾ, ਠੀਕ ਹੈ। ਐਸਟਰ ਨੂੰ ਅਲਕੋਹਲ ਦੇ ਨਾਲ ਰਿਐਕਟ ਕਰਨਾ ਹੈ, ਤਾਂ ਜਿਹੜਾ ਅਲਕੋਹਲ ਦਾ OH ਪਾਰਟ ਹੋਏਗਾ ਉਹਨੂੰ ਕੌਣ ਰਿਪਲੇਸ ਕਰ ਦੇਗਾ, ਐਸਟਰ ਦਾ OR ਪਾਰਟ, ਠੀਕ ਹੈ। ਇਹਨੂੰ ਤੁਸੀਂ ਇਹਨੂੰ ਲਿਖ ਦਿਓ ਜਿਵੇਂ RCOO, ਇਹ ਵੀ ਕਿਆ ਹੋ ਗਿਆ R ਡੈਸ਼, ਠੀਕ ਹੈ। ਇਹ ਲਿਖ ਲਿਆ ਮੈਂ ROH। ਤਾਂ ਜਿਹੜਾ ਇਹਦਾ OH ਪਾਰਟ ਹੋਗਾ ਉਹਨੂੰ ਕੌਣ ਰਿਪਲੇਸ ਕਰੇਗਾ, OR ਪਾਰਟ। ਇਹ OH ਗਰੁੱਪ ਕਿੱਥੇ ਲੱਗ ਜਾਏਗਾ, ਇੱਥੇ, OR ਇੱਥੇ ਚੱਲ ਜਾਏਗਾ। ਆਪਣੇ ਕੋਲ ਬਣ ਗਿਆ CH3CO C4H9, ਠੀਕ ਹੈ ਜੀ, ਔਰ ਆਪਣੇ ਕੋਲ C2H5OH ਰਹਿ ਗਿਆ। ਉਸ ਤੋਂ ਰਿਐਕਸ਼ਨ ਵਿਦ ਕਾਰਬੋਕਸਿਲਿਕ ਐਸਿਡ ਐਂਡ ਡਾਈਜ਼ੋਮੀਥੇਨ। ਜਦੋਂ ਤੁਸੀਂ ਕਾਰਬੋਕਸਿਲਿਕ ਐਸਿਡ ਨੂੰ ਡਾਈਜ਼ੋਮੀਥੇਨ ਹੈਵਿੰਗ ਫਾਰਮੂਲਾ CH2NH2, ਜਦੋਂ ਉਸ ਚੀਜ਼ ਨਾਲ ਰਿਐਕਟ ਕਰਦੇ ਹੋ ਤਾਂ ਆਪਣੇ ਕੋਲ ਫਾਰਮੇਸ਼ਨ ਹੁੰਦੀ ਹੈ ਕਾਰਬੋਕਸਿਲੇਟ ਆਇਨ ਜਾਂ ਐਂਡ ਕਾਰਬੋਕਸਿਲੇਟ ਅਨਾਇਨ ਮਿਥਾਈਲ ਬੈਂਜ਼ੋਨੇਟ ਦੀ, ਠੀਕ ਹੈ, ਠੀਕ ਹੈ। ਔਰ ਆਪਣੇ ਕੋਲ ਨਾਈਟ੍ਰੋਜਨ ਕਿਆ ਹੋ ਜਾਂਦਾ, ਰਿਮੂਵ ਹੋ ਜਾਂਦਾ। ਮੈਕੈਨਿਜ਼ਮ ਦੇਖ ਲਓ ਕਿਆ ਹੋਏਗਾ। ਤਾਂ ਪਹਿਲਾਂ ਆਪਣੇ ਕੋਲ ਹਾਈਡਰੋਜਨ ਕੋਲ 2 ਲੋਨ ਪੇਅਰ ਹੁੰਦੇ ਆ। ਸੋ ਜਿਹੜਾ ਸੋਡੀਅਮ ਬੈਂਜ਼ੋਨੇਟ ਹੁੰਦਾ ਹੈ ਉਹਦਾ ਫਾਰਮੂਲਾ ਹੈਗਾ CH2N2, ਠੀਕ ਹੈ। ਐਵੇਂ ਹੁੰਦਾ C ਡਬਲ ਬੌਂਡ N
H2 ਆ ਹੁੰਦਾ ਇਹਦਾ ਫਾਰਮੂਲਾ। ਤਾਂ ਇਹ ਤਾਂ ਇੱਕ ਇੱਥੇ ਚਲਾ ਗਿਆ ਕਾਰਬਨ ਡਬਲ ਬੌਂਡ ਦਾ ਇੱਕ ਇਲੈਕਟ੍ਰੋਨ ਡਬਲ ਬੌਂਡ ਬ੍ਰੇਕ ਕਰਤਾ, दोनों इलेक्ट्रॉन कार्बन को चल के कार्बन को नैगेटिव चार्ज नाइट्रोजन को चार्ज आ गया पॉजिटिव चार्ज आ गया। सो ਜਿਹੜਾ CH ਜਿਹੜਾ ਆਪਣੇ ਕੋਲ ਹੁਣ ਇੱਧਰ ਦੇਖੋ ਅਲਕੋਹਲ ਕੋਲ ਆਪਾਂ ਨੂੰ ਪਤਾ ਜਿਹੜਾ ਆਪਣੇ ਕੋਲ ਕਾਰਬੋਕਸਿਲਿਕ ਐਸਿਡ ਉਹਦਾ ਉਹਦੇ ਕੋਲ OH ਗਰੁੱਪ ਹੈ, ਤਾਂ ਆਕਸੀਜਨ ਕੋਲ ਲੋਨ ਪੇਅਰ ਹੁੰਦੇ ਆ, ਤਾਂ ਆਕਸੀਜਨ ਤੇ ਹਾਈਡਰੋਜਨ ਵਾਲਾ ਬੌਂਡ ਟੁੱਟ ਕੇ ਕਿਹਦੇ ਕੋਲ ਚੱਲ ਜਾਏਗਾ ਆਕਸੀਜਨ ਕੋਲ, ਔਰ ਜਿਹੜਾ CH2 ਆ ਉਹ प्रोटोन क्या ले कर लेगा अपने को ले लेगा, अपने को बन जाएगा कार्बोक्सिलेट आयन RCOO नेगेटिव CH3 N पॉजिटिव ट्रिपल बॉन्ड N। उस तो बाद जेड़ा अपने को कार्बोक्सिलेट आयन आया उन्हें रिएक्ट करना है इसी चीज़ नाल, ठीक है, जेड़ा अपने को कार्बोकेटाइन बनया नाइट्रोजन के उपर। सो CH3 तो क्या होना है कि जेड़ा ऑक्सीजन के उपर नैगेटिव कार्बोक्सिलेट आयन तो ऑक्सीजन पर नैगेटिव चार्ज है, ऑक्सीजन के उपर नैगेटिव चार्ज आ उन्हें किहदे कोल जाना CH3 को, और उस तो बाद अपने को जो नाइट्रोजन कार्बन और नाइट्रोजन के विच वाला बॉन्ड है वो टूट जाएगा, वो किधर को चल जाएगा नाइट्रोजन को SN2 रिएक्शन होएगी, अपने को फॉर्मेशन हो जाएगी कि एस्टर दी, नाइट्रोजन क्या हो जाएगा रिमूव। उस देखो फिजिकल प्रॉपर्टीज वो कहते एस्टर कलरलैस लिक्विड है या सॉलिड हो सकते, उन्होंने प्लीजेंट दी स्मैल होंगी, बहुत प्यारी जी फ्रूटी लाइक स्मैल होंगी एस्टर्स की। Solubility, they are generally insoluble in water but highly soluble in the most organic compounds. Boiling point देख लो तो boiling point of methyl, ethyl and propyl ester are lower than the corresponding free acids. This is probably due to lack of hydrogen bond, the formation of amongst ester, क्योंकि ester ਦੇ ਵਿੱਚ क्या ਹੁੰਦਾ हाइड्रोजन बॉन्ड नहीं बनते। क्यों नहीं बनते? हाइड्रोजन बॉन्ड तो हाइड्रोजन ਨਾਲ ਹੀ ਬਣੇਗਾ, ਤੇ ਜਦੋਂ ਆਪਾਂ ਐਸਟਰ ਬਣਾਉਂਦੇ ਤਾਂ ਆਪਾਂ ਕਾਰਬੋਕਸਿਲਿਕ ਐਸਿਡ ਦਾ ਜਿਹੜਾ OH ਗਰੁੱਪ ਉਹਨੂੰ ਕਿਹਦੇ ਨਾਲ ਰਿਪਲੇਸ ਕਰ ਦਿੰਦੇ ਆ, ਉਹ R ਗਰੁੱਪ ਦੇ ਨਾਲ। इस करके हाइड्रोजन बॉन्डिंग की फॉर्मेशन नहीं करते, इस करके बॉइलिंग पॉइंट कहता लो होंगे। कैमिकल प्रॉपर्टीज देख लो, लाइक अदर एसिड डेरिवेटिव एस्टर एंड न्यूक्लियोफिलिक एसाइड सब्स्टिट्यूशन, जिवें आपां पिछे पढ़िया कि एसाइड न्यूक्लियोफिलिक एसाइड सब्स्टिट्यूशन दिंदे आ। सो दे आर लैस रिएक्टिव देन एसिड क्लोराइड एंड अनहाइड्राइड। The main reaction of the ester are discussed below. First of all केड़ी reaction है? Conversion of acid into acids and other acid derivative. First of all hydrolysis, ਤੁਸੀਂ ਐਸਟਰ ਲੈਣਾ ਜਾਂ ਤਾਂ ਐਸਿਡਿਕ ਹਾਈਡਰੋਲਿਸਿਸ ਹੋਊਗੀ ਜਾਂ ਬੇਸਿਕ ਹੋਏਗੀ, ਠੀਕ ਹੈ। ਅਗਰ ਐਸਿਡਿਕ ਹੁੰਦੀ ਹੈ ਠੀਕ ਹੈ, ਐਸਿਡਿਕ ਹਾਈਡਰੋਲਿਸਿਸ ਹੁੰਦੀ ਆ H3O ਪੋਜ਼ਿਟਿਵ, ਯਾਨੀ ਕਿ ਇੱਥੇ ਐਸਿਡ ਦੀ ਪ੍ਰੈਜ਼ੈਂਸ ਦੇ ਵਿੱਚ ਹੋ ਰਹੀ ਹੈ ਹਾਈਡਰੋਲਿਸਿਸ। ਅਗਰ ਐਸਿਡ ਦੀ ਪ੍ਰੈਜ਼ੈਂਸ ਹਾਈਡਰੋਲਿਸਿਸ ਹੋ ਰਹੀ ਹੈ ਤਾਂ ਆਪਣੇ ਕੋਲ ਕੀ ਬਣੇਗਾ कार्बोक्सिलिक एसिड ते अल्कोहल। अगर वही रिएक्शन बेस की प्रेजेंस हाइड्रोलिसिस बेस की प्रेजेंस हो रही है तो अपने को कार्बोक्सिलेटेड सॉल्ट बनणगे, ठीक है। अगर एसिड ना रिएक्शन हो रही है तो क्या बनेगा अपने को कार्बोक्सिलिक एसिड एंड अल्कोहल। अगर बेस ना रिएक्शन हो रही है तो क्या दूंगा अल्कोहल एंड सॉल्ट ऑफ द कार्बोक्सिलिक एसिड CrCON ओ नेगेटिव, Na पॉजिटिव, क्या पोटाशियम पॉजिटिव, कुछ भी हो सकता है, ठीक है। फॉर एग्जाम्पल जो इथाइल एसीटेट ਨੂੰ ਤੁਸੀਂ ਦੀ ਹਾਈਡਰੋਲਿਸਿਸ ਕਰ ਦਿੰਦੇ ਪ੍ਰੈਜ਼ੈਂਸ ਆਫ H2SO4 ਤਾਂ ਆਪਣੇ ਕੋਲ ਕੀ ਬਣਦਾ ਐਸਟਿਕ ਐਸਿਡ ਤੇ ਅਲਕਾਈਲ ਕੋਲ ਇਥਾਈਲ ਕੋਲ ਰਿਮੂਵ ਹੋ ਜਾਂਦਾ। ਸਿਮਿਲਰ ਵਿਦ ਇਥਾਈਲ ਐਸੀਟੇਟ ਨੂੰ ਤੁਸੀਂ ਸੌਰੀ ਬੈਂਜ਼ਾਈਲ ਇਥਾਈਲ ਬੈਂਜ਼ੋਨੇਟ ਇਥਾਈਲ ਬੈਂਜ਼ੋਨੇਟ ਨੂੰ ਜਦੋਂ ਤੁਸੀਂ ਬੇਸ ਨਾਲ ਰਿਐਕਟ ਕਰਦੇ ਆਪਣੇ ਕੋਲ ਸੋਡੀਅਮ ਬੈਂਜ਼ੋਨੇਟ ਬਣਦਾ, ਯਾਨੀ ਕਿ ਸਾਲਟ ਬਣਦਾ ਔਰ ਅਲਕੋਹਲ ਕੀ ਹੋ ਜਾਂਦਾ ਰਿਮੂਵ ਹੋ ਜਾਂਦਾ। ਹੁਣ ਜਿਹੜੇ ਆਪਣੇ ਕੋਲ ਸਾਲਟਸ ਬਣਦੇ ਨੇ, ਠੀਕ ਹੈ, ਜਦੋਂ ਬੇਸ ਨਾਲ ਰਿਐਕਟ ਕਰਦੇ ਆ ਤਾਂ ਉਹ ਜਨਰਲੀ ਯੂਜ਼ ਹੁੰਦੇ ਆ ਸੋਪ ਬਣਾਉਣ ਦੇ ਵਿੱਚ, ਠੀਕ ਹੈ। ਸੋ ਜਿਹੜਾ ਐਲਕਲਾਈਨ ਹਾਈਡਰੋਲਿਸਿਸ ਉਹਨੂੰ ਆਪਾਂ ਹੋਰ ਵੀ ਕਹਿੰਦੇ ਸਪੋਨੀਫਿਕੇਸ਼ਨ ਕਹਿੰਦੇ ਆ। मैकेनिज्म देख लो एल्केलाइन हाइड्रोलिसिस ऑफ एस्टर का क्या करना है कि अपने को एस्टर पे आ, ठीक है, RCO डबल बॉन्ड O R डैश, ठीक है। कार्बन ते ऑक्सीजन जो डबल बॉन्ड आ उन्हें उदा एक डबल बॉन्ड टुट के इलैक्ट्रॉन किधर को चल जाएंगे ऑक्सीजन को, और कार्बन जो ऑक्सीजन च सिंगल बॉन्ड आ सिंगल बॉन्ड टुट के किधर को चल जाएंगे इलैक्ट्रॉन ऑक्सीजन को, ये बॉन्ड उधर टुट जाएगा। जिथे ते OR ग्रुप निकलेगा वो जगह क्या लग जाएगा बेस का OH पार्ट उसे कार्बन के नाम, तो अपने को O R डैश ਇਹ ਸੈਕਿੰਡ ਸਟੈਪ ਚ ਆਏਗਾ। ਇੱਥੇ ਤੋਂ ਕੱਟ ਦਿਓ। ਫਸਟ ਸਟੈਪ ਚ ਕੀ ਹੋਣਾ, ਸਿਰਫ ਆਪਣੇ ਕੋਲ ਕਾਰਬਨ ਆਕਸੀਜਨ ਡਬਲ ਬੌਂਡ ਟੁੱਟ ਕੇ ਇੱਕ ਬੌਂਡ ਟੁੱਟ ਕੇ ਉਹਦੇ ਉਹ ਬੌਂਡ ਦੇ ਇਲੈਕਟ੍ਰੋਨ ਕਿਤੇ ਕੋਲ ਜਾਣੇ ਆਕਸੀਜਨ ਕੋਲ, ਇਹਦੇ ਪਰ ਨੈਗੇਟਿਵ ਪਾਰਟ, दूसरे पर ਕਿਹੜਾ ਪਾਰਟ ਆ ਜਾਏਗਾ पॉजिटिव पार्ट। सो OH ग्रुप किहदे कोल चल जाएगा कार्बन कोल। ये चीज़ आ गई अपने को। सैकेंड स्टैप अपने को आह वाला चीज़ टुट जानी बॉन्ड कार्बन ते O R डैश वाला बॉन्ड, ये बॉन्ड टुट गया इतने कार्बन के उपर किहड़ा ठीक है। हुण देखो क्या होया, कार्बन के उपर किहड़ा चार्ज आ जाएगा पॉजिटिव चार्ज, क्योंकि इलैक्ट्रॉन टुट गया, ये पर नैगेटिव चार्ज है, तो वो पॉजिटिव चार्ज को खत्म करने लई ऑक्सीजन अपने इलैक्ट्रॉन प्रोवाइड कर देगा।
ਵੈਲੈਂਸੀ ਪੂਰੀ ਹੋ ਗਈ RCOOOH। ਹੁਣ ਆਪਾਂ ਨੂੰ ਕਾਰਬੋਕਸੀਲੇਟ ਸਾਲਟ ਚਾਹੀਦੇ ਨੇ, ਐਸਿਡ ਨਹੀਂ ਚਾਹੀਦਾ। ਤਾਂ ਆਪਾਂ ਨੇ ਕੀ ਕਰਨਾ ਹੈ, ਜਿਹੜਾ OR ਨੈਗੇਟਿਵ ਨਿਕਲਿਆ ਹੈ ਉਹਨੇ ਹਾਈਡਰੋਜਨ ਨਾਲ ਮਿਲ ਜਾਣਾ, ਹਾਈਡਰੋਜਨ ਨੂੰ ਆਪਣੇ ਵੱਲ ਐਕਸਟ੍ਰੈਕਟ ਕਰ ਲੈਣਾ। ਹਾਈਡਰੋਜਨ ਐਜ਼ ਅ ਪ੍ਰੋਟੋਨ ਜਾਏਗਾ। ਕਿਉਂ ਜਾਏਗਾ ਪ੍ਰੋਟੋਨ? ਕਿਉਂਕਿ ਉਹ ਨੈਗੇਟਿਵ ਚਾਰਜ ਹੈ। ਅਗਰ ਹਾਈਡਰੋਜਨ ਆਪਣੇ ਇਲੈਕਟ੍ਰੋਨ ਲੈ ਕੇ ਜਾਂਦਾ ਹੈ ਤਾਂ ਕਿਆ ਹੋਏਗਾ, ਐਕਸੈਸ ਆਫ ਇਲੈਕਟ੍ਰੋਨ ਤਾਂ ਪਹਿਲਾਂ ਹੀ ਆ, ਤਾਂ ਦੋਨੋਂ ਇੱਕ ਦੂਜੇ ਨੂੰ ਰਿਪੈਲ ਕਰਨਗੇ, ਇਸ ਕਰਕੇ H ਪੋਜ਼ਿਟਿਵ ਦੇ ਰੂਪ 'ਚ ਜਾਏਗਾ। ਤਾਂ ਆਪਣੇ ਇਲੈਕਟ੍ਰੋਨ ਕਿਹਨੂੰ ਦੇ ਕੇ ਜਾਏਗਾ, ਆਕਸੀਜਨ ਨੂੰ। ਤਾਂ ਇਹਨੇ R-OH ਐਜ਼ ਅ ਅਲਕੋਹਲ ਰਿਮੂਵ ਹੋ ਜਾਏਗਾ। ਆਪਣੇ ਕੋਲ ਕਿਆ ਬਣ ਜਾਏਗਾ, ਕਾਰਬੋਕਸੀਲੇਟ ਆਇਨ, ਜਿਹੜਾ ਅੱਗੇ ਜਾ ਕੇ ਕਿਆ ਬਣ ਜਾਏਗਾ, ਕਾਰਬੋਕਸੀਲੇਟ ਸਾਲਟ। ਸੋ ਐਸਿਡ ਕੈਟਲਿਸਟ, ਐਸਿਡ ਦਾ ਦੇਖ ਲਓ। ਉਹ ਕਹਿੰਦੇ क्या होएगा, अपने को एस्टर है जो H पॉजिटिव इक्विलिब्रियम रिवर्सिबल रिएक्शन होएगी। ठीक है, ਜਿਹੜਾ ਆਪਣੇ ਕੋਲ ਆਕਸੀਜਨ ਹੈ ਕਾਰਬੋਕਸਿਲਿਕ ਐਸਿਡ ਦਾ, ਜਿਹਦੇ ਵਿੱਚ ਕਾਰਬਨ ਦੇ ਨਾਲ ਜਿਹਨੇ ਡਬਲ ਬੌਂਡ ਬਣਾਇਆ ਹੋਇਆ, ਉਹ ਉਹਦੇ ਕੋਲ 2 ਲੋਨ ਪੇਅਰ ਪਏ ਹੈ। ਉਹ ਲੋਨ ਪੇਅਰ ਕਰਨਗੇ ਪ੍ਰੋਟੋਨ ਨੂੰ ਆਪਣੇ ਵੱਲ ਅਟਰੈਕਟ ਕਰਨਗੇ। ਤਾਂ ਆਪਣੇ ਕੋਲ ਇਹ ਚੀਜ਼ RCOR- ਆਕਸੀਜਨ ਦੇ ਨਾਲ ਕਿਆ ਆ ਗਿਆ, ਪੋਜ਼ਿਟਿਵ ਚਾਰਜ। ਸੋ ਹੁਣ ਇਹਦੇ ਪੋਜ਼ਿਟਿਵ ਚਾਰਜ ਨੂੰ ਖਤਮ ਲਿਆ, ਡਬਲ ਬੌਂਡ ਤੋੜਨਾ ਪੈਣਾ। ਇਹ ਚਲੇਗਾ ਉੱਪਰ, ਕਾਰਬਨ ਦੇ ਉੱਪਰ ਕਿਹੜਾ ਚਾਰਜ ਆ ਗਿਆ, ਨੈਗੇਟਿਵ ਚਾਰਜ। ਉਸ ਤੋਂ ਬਾਅਦ ਉਹਨੇ ਵਾਟਰ ਦੇ ਨਾਲ ਰਿਐਕਸ਼ਨ ਕਰਨੀ। ਹੁਣ ਵਾਟਰ ਕੋਲ ਆਕਸੀਜਨ ਕੋਲ ਲੋਨ ਪੇਅਰ ਪਏ ਆ, ਕਾਰਬਨ ਉੱਪਰ ਪੋਜ਼ਿਟਿਵ ਚਾਰਜ ਆ, ਤਾਂ ਲੋਨ ਪੇਅਰ ਆਪਣੇ ਇਲੈਕਟ੍ਰੋਨ ਕਿਹਨੂੰ ਦੇਣਗੇ, ਕਾਰਬਨ ਨੂੰ। ਆਪਣੇ ਕੋਲ ਕਿਆ ਇੱਥੇ ਕਿਆ ਲੱਗ ਗਿਆ, ਆਪਣੇ ਕੋਲ ਵਾਟਰ। ਜਦੋਂ ਇੱਥੇ ਲੋਨ ਪੇਅਰ ਜਾਣਗੇ ਜਿਹਦੇ ਉੱਪਰ ਤਾਂ ਪੋਜ਼ਿਟਿਵ ਚਾਰਜ ਆਏਗਾ, ਵਾਟਰ ਦੇ ਉੱਪਰ, ਆਕਸੀਜਨ ਦੇ ਉੱਪਰ, ਇੱਥੇ ਕਿਹੜਾ ਚਾਰਜ ਆ ਗਿਆ, ਪੋਜ਼ਿਟਿਵ ਚਾਰਜ। ਹੁਣ ਇਹਨੂੰ ਸਟੇਬਲ ਕਰਨੀ ਆਪਾਂ ਨੇ ਹਾਈਡਰੋਜਨ ਸ਼ਿਫਟ ਕਰਨੀ ਹੈ। ਹਾਈਡਰੋਜਨ ਸ਼ਿਫਟ ਕਿਵੇਂ ਕਰਾਂਗੇ, ਜਿਹੜਾ ਇਹ ਵਾਲਾ ਹਾਈਡਰੋਜਨ ਹੋਏਗਾ, ਇੱਕ ਹਾਈਡਰੋਜਨ, ਉਹ ਕਿਤੇ ਚੱਲ ਜਾਏਗਾ ਇਸ ਦੇ, ਹਾਈਡਰੋਜਨ ਸਿਰਫ ਸ਼ਿਫਟ ਕਰਨੀ, ਹਾਈਡਰੋਜਨ ਸ਼ਿਫਟਿੰਗ। ਠੀਕ ਹੈ, ਤਾਂ ਹੁਣ ਹਾਈਡਰੋਜਨ ਆਪਣੇ, ਕਿਉਂਕਿ ਆਕਸੀਜਨ ਦੇ ਉੱਪਰ ਤਾਂ ਪੋਜ਼ਿਟਿਵ ਚਾਰਜ ਆ, ਤਾਂ ਇੱਥੇ ਤੋਂ ਬੌਂਡ ਟੁੱਟੇਗਾ। ਹਾਈਡਰੋਜਨ ਆਪਣੇ ਇਲੈਕਟ੍ਰੋਨ ਕਿਹਨੂੰ ਦੇ ਜਾਏਗਾ, ਆਕਸੀਜਨ, ਤਾਂ ਕਿ ਉਹਦਾ ਪੋਜ਼ਿਟਿਵ ਚਾਰਜ ਖਤਮ ਹੋ, ਆਪ H ਪੋਜ਼ਿਟਿਵ ਦੇ ਰੂਪ 'ਚ ਬਾਹਰ ਨਿਕਲੇਗਾ। ਠੀਕ ਹੈ, ਇੱਥੇ H ਪੋਜ਼ਿਟਿਵ, ਹਾਈਡਰੋਜਨ ਸ਼ਿਫਟ ਹੋ ਗਈ, ਇੱਥੇ ਆ ਗਿਆ ਪੋਜ਼ਿਟਿਵ ਚਾਰਜ। ਹੁਣ ਇਹਨੇ ਕੀ ਕਰਨਾ ਹੈ ਕਿ ਆਪਣੀ ਵੈਲੈਂਸੀ ਪੂਰੀ ਕਰਨੀ ਹੈ। ਠੀਕ ਹੈ, ਤਾਂ ਵੈਲੈਂਸੀ ਪੂਰੀ ਕਰਨਾ, ਇਹਨਾਂ ਨੇ ਵੀ ਆਪਣੀ ਵੈਲੈਂਸੀ ਪੂਰੀ ਕਰਨੀ। ਤਾਂ ਕਾਰਬਨ ਤੇ ਆਕਸੀਜਨ ਵਾਲਾ ਸਿੰਗਲ ਬੌਂਡ ਆ ਜਿਹੜਾ, ਜਿਹਦਾ R- ਲੱਗਿਆ, ਉਹ ਟੁੱਟ ਜਾਏਗਾ। ਉਹ ਟੁੱਟ ਕੇ ਆਹ ਚੀਜ਼ R-OH ਰਿਮੂਵ ਹੋ ਜਾਏਗਾ। ਇਹ ਆਪਣੇ ਨਾਲ ਇਲੈਕਟ੍ਰੋਨ ਲੈ ਕੇ ਜਾਣਗੇ, ਕਿਉਂਕਿ ਇਹਦੇ 'ਤੇ ਪੋਜ਼ਿਟਿਵ ਚਾਰਜ ਆ। ਅਗਰ ਪੋਜ਼ਿਟਿਵ ਚਾਰਜ ਨੂੰ ਖਤਮ ਕਰਨਾ ਤਾਂ ਇਲੈਕਟ੍ਰੋਨ ਚਾਹੀਦੇ ਆ। ਇਲੈਕਟ੍ਰੋਨ ਨਾਲ ਲੈ ਕੇ ਆਪਣੇ ਕੋਲ ਅਲਕੋਹਲ ਰਿਮੂਵ ਹੋ ਗਿਆ। ਹੁਣ ਆਪਣੇ ਕੋਲ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ। ਤਾਂ ਕਿਆ ਕਰਨਾ ਹੈ, ਆਪਾਂ ਨੇ ਪ੍ਰੋਟੋਨ ਐਡ, ਆਪਾਂ ਨੇ ਐਸਿਡ ਕੈਟਲਿਸਟ ਐਡ ਕੀਤਾ, ਕੈਟਲਿਸਟ ਦਾ ਵਿੱਚ ਨਹੀਂ ਰੱਖ ਸਕਦੇ। ਸੋ ਆਪਾਂ ਨੇ ਇੱਥੇ ਤੋਂ ਬੌਂਡ ਬ੍ਰੇਕ ਕਰਤਾ। ਇਹਦੇ ਇਲੈਕਟ੍ਰੋਨ ਕਿਹਨੂੰ ਪ੍ਰੋਵਾਈਡ ਕਰਤੇ, ਕਾਰਬਨ ਆਕਸੀਜਨ ਨੂੰ। ਤਾਂ ਇੱਥੇ ਡਬਲ ਬੌਂਡ ਦੀ ਫਾਰਮੇਸ਼ਨ ਹੋ ਗਈ, ਆਪਣੇ ਕੋਲ ਕਾਰਬੋਕਸਿਲਿਕ ਐਸਿਡ ਬਣ ਗਿਆ, ਔਰ ਜਿਹੜਾ ਕੈਟਲਿਸਟ ਐਡ ਕੀਤਾ ਸੀ ਉਹ ਕਰਤਾ ਆਪਾਂ ਨੇ ਰਿਮੂਵ। ਉਸ ਤੋਂ ਦੇਖੋ ਅਮੋਨੋਲਿਸਿਸ ਕਨਵਰਜਨ ਆਫ ਐਮਾਈਡ। ਐਸਟਰਨ ਜਦੋਂ ਅਮੋਨੀਆ ਨਾਲ ਰਿਐਕਟ ਕਰੂੰਗੇ ਤਾਂ ਆਪਣੇ ਕੋਲ ਕਿਆ ਬਣ ਜਾਏਗਾ, ਅਮਾਈਡ RCONH2, ਔਰ ਅਲਕੋਹਲ ਮੋਲੀਕੂਲ ਕਿਆ ਹੋ ਜਾਣਗੇ, ਰਿਮੂਵ ਹੋ ਜਾਣਗੇ। ਕਨਵਰਜਨ ਇਨਟੂ ਅਦਰ ਐਸਟਰ। ਠੀਕ ਹੈ, ਅਲਕੋਲਿਸ ਔਰ ਟ੍ਰਾਂਸਐਸਟਰੀਫਿਕੇਸ਼ਨ ਆਪਾਂ ਪੜ੍ਹ ਕੇ ਆਏ ਹਾਂ। ਠੀਕ ਹੈ, ਜਦੋਂ ਵੀ ਕੋਈ ਐਸਟਰ ਨੂੰ ਅਲਕੋਹਲ ਨਾਲ ਰਿਐਕਟ ਕਰੋਗੇ ਇਨ ਦ ਪ੍ਰੈਜ਼ੈਂਸ ਆਫ ਐਸਿਡ, ਤਾਂ ਆਪਣੇ ਕੋਲ ਫਾਰਮੇਸ਼ਨ ਹੋ ਜਾਏਗੀ ਕਿਸ ਚੀਜ਼ ਦੀ, ਅਨਦਰ ਐਸਟਰ ਦੀ, ਤੇ ਅਲਕੋਹਲ ਕਿਆ ਹੋ ਜਾਏਗਾ, ਆਪਣੇ ਕੋਲ ਰਿਮੂਵ ਹੋ ਜਾਏਗਾ। ਇਹ 'ਚ 2 ਤਰ੍ਹਾਂ ਦੀ ਰਿਐਕਸ਼ਨ ਹੋਏਗੀ, ਇੱਕ ਐਸਿਡਿਕ ਹੋਏਗੀ, ਇੱਕ ਬੇਸਿਕ ਹੋਏਗੀ। ਪਹਿਲਾਂ ਐਸਿਡ ਬੇਸਿਕ ਕੈਟਲਿਸਟ ਟ੍ਰਾਂਸਐਸਟਰੀਫਿਕੇਸ਼ਨ ਦੇਖ ਲਓ। ਕੋਈ ਬੇਸ ਲੈਣਾ R, ਠੀਕ ਹੈ, ROH ਲੱਤਾ, ਇਹ ਐਸਿਡਿਕ ਪਾਰਟ ਹੋ ਗਿਆ, ਬੇਸਿਕ ਪਾਰਟ ਹੋ ਗਿਆ। ਸੋ ਆਪਾਂ ਬੇਸਿਕ ਪਾਰਟ ਨੂੰ ਪਹਿਲਾਂ ਹੁਣ ਦੇਖੋ, ਜਿਹੜਾ ਕਾਰਬਨ ਆਕਸੀਜਨ ਡਬਲ ਬੌਂਡ ਆ, ਉਹਦੇ ਡਬਲ ਬੌਂਡ ਟੁੱਟ ਕੇ ਇਲੈਕਟ੍ਰੋਨ ਆਕਸੀਜਨ ਕੋਲ ਜਾਣਗੇ। ਆਕਸੀਜਨ ਉੱਪਰ ਨੈਗੇਟਿਵ ਚਾਰਜ, ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ। ਇਹਦੇ ਕੋਲ ਆਕਸੀਜਨ ਕੋਲ ਨੈਗੇਟਿਵ ਚਾਰਜ ਨੇ, ਜਿਹੜਾ ਆਪਾਂ ਬੇਸ ਐਡ ਕਰਨਾ ਤਾਂ ਉਹ ਕਿਹਦੇ ਕੋਲ ਜਾਏਗਾ, ਕਾਰਬਨ ਪੋਜ਼ਿਟਿਵ। ਇਹ ਚੀਜ਼ ਦੀ ਫਾਰਮੇਸ਼ਨ ਹੋ ਗਈ। ਹੁਣ ਕਿਆ ਕਰਨਾ ਹੈ, ਆਪਾਂ ਨੇ ਕਾਰਬਨ ਦੇ ਉੱਪਰੋਂ ਨੈਗੇਟਿਵ ਚਾਰਜ, ਆਕਸੀਜਨ ਦੇ ਉੱਪਰ ਨੈਗੇਟਿਵ ਚਾਰਜ ਹਟਾਉਣਾ। ਤਾਂ ਆਕਸੀਜਨ ਨੇ ਦੁਬਾਰਾ ਇਲੈਕਟ੍ਰੋਨ ਦੇ ਕੇ ਕਾਰਬਨ ਆਕਸੀਜਨ ਨਾਲ ਡਬਲ ਬੌਂਡ ਬਣਾਉਣਾ। 5 ਬੌਂਡ ਤਾਂ ਹੋਣ ਸਕਦੇ, ਇਸ ਕਰਕੇ ਆਪਾਂ ਇੱਕ OR ਗਰੁੱਪ ਨੂੰ ਕਿਆ ਕਰ ਦੂੰਗੇ, ਰਿਮੂਵ। OR ਗਰੁੱਪ ਰਿਮੂਵ ਕਰਤਾ, ਜਿਹੜਾ ਬੇਸ ਆਪਾਂ ਨੇ ਐਡ ਕੀਤਾ ਸੀ ਉਹ ਆਪਾਂ ਬੇਸ ਰਿਮੂਵ ਕਰਤਾ। ਆਪਣੇ ਕੋਲ ਫਾਰਮੇਸ਼ਨ ਹੋ ਗਈ ਐਸਟਰ ਦੀ, ਨਦਰ ਐਸਟਰ ਦੀ। ਐਸਿਡ ਮੈਕੈਨਿਜ਼ਮ ਦੇਖ ਲਓ, ਆਪਾਂ ਨੇ ਐਸਟਰ ਲੱਤਾ, H ਪੋਜ਼ਿਟਿਵ ਆਇਨ ਐਡ ਕਰਨਾ। ਸਿਮਿਲਰ ਵੇ ਇਹ ਇੱਥੇ ਜਾ ਕੇ ਅਟੈਕ ਕਰੇਗਾ ਆਕਸੀਜਨ, ਕਿਉਂਕਿ ਆਕਸੀਜਨ ਕੋਲ ਲੋਨ ਪੇਅਰ ਆ। ਠੀਕ ਹੈ, ਇੱਥੇ ਹਾਈਡਰੋਜਨ ਆ ਗਿਆ। ਹੁਣ ਇਹਦੇ ਨਾਲ ਆਕਸੀਜਨ ਨੇ ਆਪਣੇ ਇੱਕ ਲੋਨ ਪੇਅਰ ਦੇ ਕੇ ਹਾਈਡਰੋਜਨ ਨਾਲ ਬੌਂਡ ਬਣਾਇਆ, ਤਾਂ ਆਕਸੀਜਨ ਕੋਲ ਤਾਂ ਡੈਫੀਸ਼ੀਐਂਸੀ ਹੋ ਗਈ, ਇੱਥੇ ਪੋਜ਼ਿਟਿਵ ਚਾਰਜ ਆ ਗਿਆ। ਸੋ ਦੁਬਾਰਾ ਤੋਂ ਕਿਆ ਹੋਏਗਾ ਕਿ ਅਲਕੋਹਲ ਐਡ ਹੋਏਗਾ। ਇਹਦੇ ਵਿੱਚ ਅਲਕੋਹਲ ਐਡ ਹੋਏਗਾ ਕਿੱਥੇ, ਕਾਰਬਨ ਦੇ ਉੱਪਰ। ਕਿਵੇਂ ਐਡ ਹੋਏਗਾ, ਕਿਉਂਕਿ ਕਾਰਬਨ ਆਕਸੀਜਨ ਡਬਲ ਬੌਂਡ ਆ, ਉਹ ਬ੍ਰੇਕ ਹੋ ਜਾਏਗਾ। ਇਲੈਕਟ੍ਰੋਨ ਕਿਤੇ ਕੋਲ ਚੱਲ ਜਾਣਗੇ, ਆਕਸੀਜਨ ਕੋਲ। ਆਕਸੀਜਨ ਦਾ ਪੋਜ਼ਿਟਿਵ ਚਾਰਜ ਖਤਮ ਹੋ ਜਾਏਗਾ,
ਕਾਰਬਨ ਤੇ ਕਿਆ ਆ ਜਾਏਗਾ ਪੋਜ਼ਿਟਿਵ ਚਾਰਜ। ਸੋ ਹੁਣ ਜਿਹੜਾ ਅਲਕੋਹਲ ਪਿਆ ROH, ਅਲਕੋਹਲ ਕੋ ਦੇ ਆਕਸੀਜਨ ਕੋ ਲੋਨ ਪੇਅਰ ਪਿਆ, ਤਾਂ ਆਪਣਾ ਇੱਕ ਲੋਨ ਪੇਅਰ ਯੂਜ਼ ਕਰਕੇ ਕਾਰਬਨ ਦੇ ਨਾਲ ਬੌਂਡ ਬਣਾ ਲੇਗਾ। ਹੁਣ ਕਿਆ ਆ ਗਿਆ ਆਪਣੇ ਕੋਲ ROH ਪੋਜ਼ਿਟਿਵ, ठीक है। आप हाइड्रोजन शिफ्ट करोगे, हाइड्रोजन इतों शिफ्ट होकर कितने चल जाएगा इस प्लेस से, जी हाइड्रोजन शिफ्ट होएगा H पॉजिटिव शिफ्ट होएगा। क्यों? क्योंकि देखो जो इतने बॉन्ड है हाइड्रोजन तो ऑक्सीजन के विच उन्हें बॉन्ड ने टुट जाना, इलैक्ट्रॉन किहनूं देने ऑक्सीजन, ऑक्सीजन का पॉजिटिव चार्ज खत्म, और जो हाइड्रोजन है वो प्रोटोन शिफ्ट कहते हैं, प्रोटोन शिफ्ट होएगी, ठीक है। जी प्रोटोन शिफ्ट हुई इस प्लेस पर होगी, ठीक है। हुण जी प्रोटोन शिफ्ट हुई उन्होंने क्या करना है कि अपने एस्टर बनाना, तो अपने को अपने इस चीज़ को रिमूव कर देना ROH, अल्कोहल जी अपने ऐड की सी उन्होंने रिमूव करता, ठीक है। अपने को फॉर्मेशन होगी ROH OR' C पॉजिटिव, कार्बन के उपर कार्बोकेटाइन बन गया। हम अपन तो एस्टर चाहिए, कार्बोकेटाइन नहीं चाहिए, तो अपन ने जो एसिड ऐड किया उन्होंने रिमूव कर देना, अपने को फॉर्मेशन हो जानी एस्टर की। उस तो बाद देखो केमिकल रिडक्शन, दैट इज कॉल्ड वैलेंस मैथड, ठीक है। अपने मिथाइल न्यूरेट लेना है, मिथाइल न्यूट्रेट लेना है, उन्हें सोडियम ते अल्कोहल की प्रेजेंस रिएक्शन देनी, अपने को बन जाएगा ल्यूरल क्लोराइड, ठीक है जी, ठीक है जी। उस तो बाद देख लो क्लेजन कंडेंसेशन, देखो तो क्लेजन कंडेंसेशन क्या होना, तुसीं इथाइल एसीटेट लिता, उन्हें सोडियम इथोक्साइड के नाल रिएक्ट करना है, अपने को दो मॉलिक्यूल किस चीज़ के रिमूव हो जाएंगे, अल्कोहल के, ठीक है। अपने को फॉर्मेशन हो जाएगी इनोलेट की, ठीक है, दैट इज कॉल्ड इनोलेट, ठीक है। इनोलेट की फॉर्मेशन होगी, इनोलेट में H पॉजिटिव के नाल हाइड्रोलिसिस करोगे, H पॉजिटिव के नाल, तो अपने को बन जाएगा एसिडोएस्टिक एस्टर बन जाएगा अपने को, ठीक है। मैकेनिज्म देखो क्या होगा, अपन जो सोडियम इथोक्साइड, आप सोडियम इथोक्साइड लता वह सिर्फ इथोक्साइड पार्ट यूज़ करना है, C2H5O नेगेटिव, ठीक है। हुण अपने को दो मॉलिक्यूल इथाइल एसिड, पहले आप एक यूज़ करांगे, दैट इज CH3 C डबल बॉन्ड O C2H5, CH3 नूं ओपन करके लिख लिया। हुण जिहड़ा इथोक्साइड है उन्हें हाइड्रोजन लेना, तो अल्कोहल क्योंकि पहले अल्कोहल रिमूव करनी है अपन, तो हाइड्रोजन लाऊंगा, इथों बॉन्ड टुट जाएगा, H पॉजिटिव आइन लाऊंगा, इत्थे किहड़ा चार्ज आ गया नेगेटिव चार्ज, तो अपने को CH2 C डबल बॉन्ड O C2H5 बन गया, अल्कोहल रिमूव होगी, आ चीज़ रिमूव हो जानी। जो तो अपने को अल्कोहल रिमूव हुई, अपने को इत्थे नेगेटिव चार्ज आ गया कार्बन के उपर, क्योंकि इत्थे तो ही हाइड्रोजन गया ना, तो इन्हें क्या करना रेजोनेंस फॉर्म करनी है, ये नेगेटिव चार्ज कार्बन ने नेगेटिव चार्ज इत्थे कार्बन बॉन्ड डबल बॉन्ड बन जाएगा, और जो कार्बन ऑक्सीजन डबल बॉन्ड है कितने शिफ्ट हो जाएगा ऑक्सीजन के उपर, अपने को CH2 डबल बॉन्ड C ऑक्सीजन कार्बन जो कार्बन ऑक्सीजन डबल बॉन्ड सी काचे शिफ्ट हो गया सिंगल बॉन्ड, और नाल क्या गया O C2H5, ठीक है जी। हुण अपने को एक मॉलिक्यूल तो अपने यूज़ कर लिया, इत्थे ये चीज़ एक मॉलिक्यूल तो इथाइल एसिड यूज़ कर लिया, जो दूसरा मॉलिक्यूल पिया उन्हें इस चीज़ नाल रिएक्ट करना, जो अपने को इनोलेट अनायन बनया, ठीक है। जो अपने को इनोलेट बनया उहदे नाल रिएक्ट करना है, वो कित्थे जाके रिएक्ट करेगा। हुण देखो अपने को सोडियम इथोक्साइड का फार्मूला हुंदा CH3 इथाइल एसीटेट का C2H5, ठीक है। ये इत्थे शिफ्ट हो गया, इत्थे पर ऑक्सीजन का नेगेटिव चार्ज, कार्बन के उपर पॉजिटिव चार्ज, इत्थे CH2 को ऑलरेडी नेगेटिव चार्ज है, तो नेगेटिव चार्ज कित्थे जाके अटैक करेगा कार्बन के उपर, जिहदे कोल क्या है पॉजिटिव चार्ज है, ठीक है जी। वो इत्थे जाके अटैच हो गया। हुण क्या करना है कि जो ऊपर चला गया, जो कार्बन ऑक्सीजन के बॉन्ड टुट के वो ऑक्सीजन को चल गया, ऑक्सीजन नेगेटिव चार्ज आ गया तो अनस्टेबल हो गया, उन्होंने स्टेबल करने लिए ऑक्सीजन ने अपने इलैक्ट्रॉन दोबारा कार्बन को देने, कार्बन ऑक्सीजन दोबारा डबल बॉन्ड की फॉर्मेशन करेगा, और जो अपने को C2H5O ग्रुप हो गया हो जाएगा रिमूव हो जाएगा, आ वाला ग्रुप रिमूव हो जाएगा, ठीक है। ये रिमूव हो गया, अपने को फॉर्मेशन होगी CH3 कार्बन डबल बॉन्ड ऑक्सीजन CH2 C डबल कार्बन डबल O C2H5, ठीक है। दोबारा तो फिर वही चीज़ शुरू हो जानी, दोबारा तो फिर इथोक्साइड ना रिएक्ट करो, तो दोबारा तो फिर इनोलेट अनायन बनेगा एंड सो ऑन, ये सारी रिएक्शन वापस चली जानी। दैट्स ऑल, थोड़ा पूरा चैप्टर खत्म है। थैंक यू क्लास।